ਸਤਿ ਸ੍ਰੀ ਅਕਾਲ। ਤਾਂ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਤਿੰਨੇ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਜੱਦੀ ਪਿੰਡ ਪਹੁੰਚ ਚੁੱਕੀਆਂ ਨੇ। ਦੇਸ਼ ਲਈ ਕੁਰਬਾਨ ਹੋਣ ਵਾਲੇ ਬਹਾਦਰ ਸਪੂਤਾਂ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਦਾ ਸਲਾਬ ਉਮੜਾਇਆ। ਭਾਰਤ ਮਾਤਾ ਦੀ ਜੈ ਦੇ ਨਾਅਰੇ ਚਾਰੇ ਪਾਸੇ ਗੂੰਜ ਰਹੇ ਨੇ। ਅੰਤਿਮ ਦਰਸ਼ਨਾਂ ਦੇ ਲਈ ਹਰ ਸ਼ਖਸ ਦੀ ਅੱਖ ਜਿਹੜੀ ਹੈ ਉਹ ਨਮ ਦਿਖਾਈ ਦੇ ਰਹੀ ਹੈ। ਅੱਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਪੰਜਾਬ ਦੇ 3 ਜਵਾਨ ਸ਼ਹਾਦਤ ਦਾ ਜਾਮ ਪੀ ਗਏ ਸਨ। ਕਪੂਰਥਲਾ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਗੁਰਦਾਸਪੁਰ ਦੇ ਨਾਇਕ ਮਨਦੀਪ ਸਿੰਘ ਅਤੇ ਨੂਰਪੁਰ ਬੇਦੀ ਦੇ ਸਿਪਾਹੀ ਗੱਜਣ ਸਿੰਘ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਪੂਰੇ ਰਾਜਕੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। 3 ਤਸਵੀਰਾਂ ਵੀ ਤੁਹਾਨੂੰ ਉਹਨਾਂ ਦੇ ਜੱਦੀ ਪਿੰਡ ਦੇ ਉਹਨਾਂ ਦੇ ਘਰ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਲੋਕਾਂ ਦਾ ਸਲਾਬ ਉਬੜਿਆ ਹੋਇਆ ਔਰ ਹਰ ਇੱਕ ਦੀ ਅੱਖ ਨਮ ਹੈ ਔਰ ਭਾਰਤ ਮਾਤਾ ਜੈ ਦੇ ਨਾਅਰੇ ਲਗਾਏ ਜਾ ਰਹੇ ਨੇ। ਪਹਿਲੀ ਤਸਵੀਰ ਸ਼ਹੀਦ ਜਸਵਿੰਦਰ ਸਿੰਘ ਦੇ ਘਰ ਦੀ ਕਪੂਰਥਲਾ ਤੁਹਾਨੂੰ ਦਿਖਾ ਰਹੇ ਹਾਂ। ਵਿਚਕਾਰ ਗੁਰਦਾਸਪੁਰ ਤੋਂ ਜਿਹੜੀ ਹੈ ਸ਼ਹੀਦ ਮਨਦੀਪ ਸਿੰਘ ਦੇ ਜਿਹੜੇ ਪਿੰਡ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਤੀਸਰੀ ਤੇ ਆਖਰੀ ਸੱਜੇ ਪਾਸੇ ਸ਼ਹੀਦ ਗੱਜਣ ਸਿੰਘ ਦੀ ਰੋਪੜ ਸਥਿਤ ਉਹਨਾਂ ਦੇ ਪਿੰਡ ਦੀ ਤਸਵੀਰ ਆ। ਤਾਂ ਹੁਣ ਥੋੜੀ ਦੇਰ ਬਾਅਦ ਜਿਹੜਾ ਹੈ ਉਹ ਇਹਨਾਂ ਸ਼ਹੀਦਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਔਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾਣੀ ਔਰ ਬਹੁਤ ਦੂਰੋਂ ਲੋਕ ਚੱਲ ਕੇ ਆਏ ਨੇ ਇਹਨਾਂ ਨੂੰ ਆਖਰੀ ਅੰਤਿਮ ਵਿਦਾਈ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਹਰ ਇੱਕ ਦੀ ਅੱਖ ਨਮ ਹੈ। ਅੱਜ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਜਿਹੜਾ ਦਹਿਸ਼ਤਗਰਦਾਂ ਦੇ ਨਾਲ ਐਨਕਾਊਂਟਰ ਹੋਇਆ ਸੀ, ਉਸ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ 5 ਜਿਹੜੇ ਜਵਾਨਾਂ ਦੀ ਸ਼ਹੀਦੀ ਪ੍ਰਾਪਤ ਕੀਤੀ ਹੈ ਜਵਾਨਾਂ, ਉਸ ਦੇ ਵਿੱਚੋਂ 3 ਜਵਾਨ ਜਿਹੜੇ ਸੀ ਉਹ ਪੰਜਾਬ ਦੇ ਸਨ, ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਸਨ, ਜਿਸ ਦੇ ਵਿੱਚ ਕਪੂਰਥਲਾ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਗੁਰਦਾਸਪੁਰ ਦੇ ਨਾਇਕ ਮਨਦੀਪ ਸਿੰਘ ਅਤੇ ਨੂਰਪੁਰ ਬੇਦੀ ਦੇ ਸਿਪਾਹੀ ਗੱਜਣ ਸਿੰਘ ਦੇ ਨਾਮ ਸ਼ਾਮਿਲ ਨੇ ਔਰ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਤਾਂ ਤੁਹਾਨੂੰ ਲਗਾਤਾਰ ਅਸੀਂ ਉਹ ਤਸਵੀਰਾਂ ਵੀ ਦਿਖਾ ਰਹੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ, ਉਹਨਾਂ ਦੇ ਜੱਦੀ ਪਿੰਡ ਦੀਆਂ, ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਹੁਣ ਪਹੁੰਚ ਚੁੱਕੀ ਔਰ ਅੰਤਿਮ ਜਿਹੜੀ ਯਾਤਰਾ ਕਿਤੇ ਨਾ ਕਿਤੇ ਉਹ ਵੀ ਉਹਨਾਂ ਦੀ ਸ਼ੁਰੂ ਹੋ ਚੁੱਕੀ ਔਰ ਹੁਣ ਤੋਂ ਥੋੜੀ ਦੇਰ ਬਾਅਦ ਪੂਰੇ ਰਾਜਕੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਔਰ ਦੇਸ਼ ਦੇ ਇਹਨਾਂ ਸ਼ਹੀਦਾਂ ਨੂੰ ਅੰਤਿਮ ਵਿਦਾਈ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦੂਰ ਦਰਾਡੇ ਤੋਂ ਲੋਕ ਪਹੁੰਚ ਰਹੇ ਨੇ। ਹਰ ਇੱਕ ਦੀ ਅੱਖ ਨਮ ਨਜ਼ਰ ਆ ਰਹੀ ਹੈ। ਸਿੱਧਾ ਚੱਲਦੇ ਹਾਂ, ਸਾਡੇ ਸਹਿਯੋਗੀ ਗੁਰਦਾਸਪੁਰ ਤੋਂ ਰਾਜੀਵ ਸ਼ਰਮਾ ਜੁੜ ਰਹੇ ਨੇ। ਰਾਜੀਵ, ਤਾਂ ਬਹੁਤ ਦੂਰੋਂ ਲੋਕ ਆ ਰਹੇ ਨੇ ਇਹਨਾਂ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ, ਆਖਰੀ ਜਿਹੜੀ ਇਹਨਾਂ ਦੀ ਵਿਦਾਈ ਹੈ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤਾਂ ਕੀ ਕੁਝ ਅਪਡੇਟ ਹੈ ਔਰ ਕਿੰਨੀ ਕੁ ਦੇਰ ਬਾਅਦ ਜਿਹੜਾ ਹੈ ਇਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ? जी बिल्कुल भुल्लर जो शहीद मनदीप सिंह की मृतक देह आ कुछ देर पहला उन्होंने जद्दी पिंड ਚੱਠਾ ਵਿਖੇ ਪਹੁੰਚੀ ਔਰ ਉਸ ਤੋਂ ਬਾਅਦ ਜਿਹੜੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋਈ ਔਰ ਇਸ ਵੇਲੇ ਅਸੀਂ ਚੱਠਾ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਆ। ਤੁਸੀਂ ਦੇਖੋ ਕਿ ਕਾਫੀ ਗਮਗੀਨ ਮਾਹੌਲ ਹੈ ਇਸ ਵੇਲੇ ਔਰ ਤੁਸੀਂ ਦੇਖੋ ਕਿ ਜੋ ਭਾਰਤੀ ਫੌਜ ਦੇ ਜਵਾਨ ਨੇ, ਜਿਹੜੇ ਅਧਿਕਾਰੀ ਨੇ, ਉਹ ਇਸ ਵੇਲੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਨੇ। ਇਸ ਤੋਂ ਬਾਅਦ ਜਿੰਨੇ ਵੀ ਸਿਆਸਤਦਾਨ ਨੇ ਜਾਂ ਫਿਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੇ ਸੀਨੀਅਰ ਅਧਿਕਾਰੀ ਨੇ, ਉਹਨਾਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਜੋ ਇੱਕ ਸਿੱਖ ਰਿਵਾਇਤ ਹੈ, ਸਿੱਖ ਪਰੰਪਰਾ ਹੈ, ਉਸ ਮੁਤਾਬਕ ਅੰਤਿਮ ਅਰਦਾਸ ਕੀਤੀ ਜਾਏਗੀ ਔਰ ਫਿਰ ਸ਼ਹੀਦ ਮਨਦੀਪ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਅਗਨ ਭੇਂਟ ਕੀਤਾ ਜਾਏਗਾ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ, ਜ਼ਰੂਰੀ ਨਹੀਂ ਕਿ ਸਿਰਫ ਉਹਨਾਂ ਦੇ ਪਿੰਡ ਦੇ ਲੋਕ ਜਾਂ ਫਿਰ ਰਿਸ਼ਤੇਦਾਰ ਜਾਂ ਆਸ-ਪਾਸ ਦੇ ਕਸਬਿਆਂ ਦੇ, ਬਲਕਿ ਪੂਰੇ ਪੰਜਾਬ ਭਰ ਤੋਂ ਜਿੱਥੋਂ ਵੀ ਕਿਸੇ ਨੂੰ ਇਹ ਜਾਣਕਾਰੀ ਮਿਲੀ ਕਿ ਪੰਜਾਬ ਦਾ ਇੱਕ ਜਿਹੜਾ ਜਵਾਨ ਹੈ ਉਹ ਅੱਤਵਾਦੀਆਂ ਦੇ ਨਾਲ ਜਿਹੜੀ ਮੁੱਠਭੇੜ ਹੋਈ ਪੁੰਛ ਦੇ ਵਿੱਚ, ਉਸ ਦੇ ਵਿੱਚ ਸ਼ਹਾਦਤ ਉਸਨੇ ਜੋ ਹੈ ਸ਼ਹਾਦਤ ਦਾ ਜਾਮ ਪੀਤਾ। ਕੁੱਲ 5 ਭਾਰਤੀ ਫੌਜ ਦੇ ਜਵਾਨ ਨੇ, ਜਿਨ੍ਹਾਂ ਦੇ ਵਿੱਚੋਂ 3 ਜੋ ਨੇ ਉਹ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਔਰ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਠਾ ਦਾ ਜੋ ਵਸਨੀਕ ਸੀ ਔਰ ਵਧੀਆ ਇੱਕ ਪਲੇਅਰ ਸੀ ਔਰ ਇੱਕ ਜੇਕਰ ਅਸੀਂ ਇਨਸਾਨੀਅਤ ਦੇ ਨਾਤੇ ਗੱਲ ਕਰੀਏ ਤਾਂ ਇੱਕ ਬਹੁਤ ਵਧੀਆ ਸੁਭਾਅ ਦਾ ਉਹ ਮਾਲਕ ਸੀ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਭਾਵੇਂ ਉਹ ਪੰਜਾਬ ਸਰਕਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਇੱਥੇ ਪਹੁੰਚੇ ਹੋਏ ਨੇ। ਹਾਲਾਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਨੇ ਉਹ ਖੁਦ ਇੱਥੇ ਆ ਕੇ ਸ਼ਹੀਦ ਨੂੰ ਨਮਨ ਕਰਨਗੇ, ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਨਗੇ। ਪਰ ਕਿਉਂਕਿ 3 ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੇ ਜਵਾਨ ਨੇ ਉਹ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ, ਤਾਂ ਇਸ ਕਰਕੇ ਇੱਕੋ ਸਮੇਂ ਤੇ 3 ਥਾਵਾਂ ਤੇ ਜਾਣਾ ਜਿਹੜਾ ਉਹ ਸੰਭਵ ਨਹੀਂ ਸੀ, ਜਿਸ ਕਰਕੇ ਜੋ ਹੈ ਇੱਥੇ ਇਸ ਹਲਕੇ ਦੇ ਵਿਧਾਇਕ ਵੀ ਨੇ ਤ੍ਰਿਪਤ ਰਜਿੰਦਰ ਬਾਜਵਾ ਤੇ ਕੈਬਨਿਟ ਮੰਤਰੀ ਵੀ ਨੇ। ਇਸ ਕਰਕੇ ਸਰਕਾਰ ਵੱਲੋਂ ਉਹਨਾਂ ਨੂੰ ਇੱਥੇ ਜੋ ਹੈ ਡਿਊਟੀ ਉਹਨਾਂ ਦੀ ਲਗਾਈ ਗਈ ਹੈ ਸਰਕਾਰ ਦੇ ਤੌਰ ਤੇ ਵੀ ਔਰ ਇਸ ਇਲਾਕੇ ਦੀ ਉਹ ਨੁਮਾਇੰਦਗੀ ਕਰਦੇ ਨੇ। ਉਸ ਤੋਂ ਇਲਾਵਾ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੀ ਆਗੂ ਇੱਥੇ ਪਹੁੰਚੇ ਹੋਏ ਨੇ। ਪਰ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਕਿ ਦੇਸ਼ ਦੇ ਲਈ ਸ਼ਹਾਦਤ ਦਾ ਜਾਮ ਜਿਹੜਾ ਪੀਣ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਿਮ ਯਾਤਰਾ ਹੈ ਉਹ ਕਿਸ ਤਰੀਕੇ ਦੀ ਹੁੰਦੀ ਹੈ। ਬਹੁਤ ਵੱਡੀ ਤਾਦਾਦ ਦੇ ਵਿੱਚ ਭਾਵੇਂ ਉਹ ਨੌਜਵਾਨ ਹੋਣ, ਬਜ਼ੁਰਗ ਹੋਣ,
ਮਹਿਲਾਵਾਂ ਹੋਣ, ਤਾਂ ਹਰ ਕੋਈ ਜੋ ਹੈ ਉਹ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਦੇ ਲਈ ਇੱਥੇ ਪਹੁੰਚਿਆ ਹੋਇਆ। ਔਰ ਕਈ ਘੰਟੇ ਜੋ ਹੈ ਇੰਤਜ਼ਾਰ ਜਿਹੜਾ ਲੋਕਾਂ ਨੂੰ ਇੱਥੇ ਕਰਨਾ ਪਿਆ, ਕਿਉਂਕਿ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਆ ਉਹ ਜੰਮੂ ਤੋਂ ਜੋ ਹੈ ਇੱਥੇ ਪਹੁੰਚਣੀ ਸੀ, ਤਾਂ ਕਾਫੀ ਸਮਾਂ ਜ਼ਰੂਰ ਲੱਗਿਆ, ਪਰ ਹਰ ਕੋਈ ਜੋ ਹੈ ਉਹਨਾਂ ਦੇ ਦਰਸ਼ਨ ਜੋ ਹੈ ਕਰਨ ਦੇ ਲਈ ਇੰਤਜ਼ਾਰ ਕਰ ਰਿਹਾ ਸੀ। ਤਾਂ ਲੰਬੀਆਂ ਕਤਾਰਾਂ ਤੁਸੀਂ ਦੇਖ ਸਕਦੇ, ਜਿੱਥੇ ਜਿੱਥੇ ਵੀ ਕੈਮਰੇ ਦੀ ਨਜ਼ਰ ਜਾ ਰਹੀ ਹੈ, ਹਰ ਕਿਸੇ ਦੀ ਜਿਹੜੀ ਅੱਖ ਹੈ ਨਮ ਨਜ਼ਰ ਆ ਰਹੀ, ਹਰ ਕਿਸੇ ਦੀ ਅੱਖ ਦੇ ਵਿੱਚ ਹੰਝੂ ਹੈ। ਪਰ ਤੁਸੀਂ ਦੇਖੋ ਕਿ ਦੇਸ਼ ਦੇ ਲਈ ਰਾਜੀਵ ਤਾਂ ਹਰ ਇੱਕ ਦੀ ਅੱਖ ਨਮ ਹੈ, ਅੱਜ ਇਹਨਾਂ ਦੀ ਸ਼ਹਾਦਤ ਨੂੰ ਹਰ ਕੋਈ ਸਲਾਮ ਕਰ ਰਿਹਾ। ਤਾਂ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ। ਰਾਜੀਵ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ। ਤਾਂ ਪਹਿਲੀ ਤਸਵੀਰ ਤੁਹਾਨੂੰ ਪਿੰਡ ਚੱਠਾ ਬਟਾਲਾ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿ ਜਿਹੜੇ ਸ਼ਹੀਦ ਮਨਦੀਪ ਸਿੰਘ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ, ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਆਖਰੀ ਦਰਸ਼ਨਾਂ ਦੇ ਲਈ। ਔਰ ਸੱਜੇ ਪਾਸੇ ਜਿਹੜਾ ਪਿੰਡ ਪਚਰੰਡਾ ਨੂਰਪੁਰ ਬੇਦੀ ਤੋਂ ਸ਼ਹੀਦ ਗੱਜਣ ਸਿੰਘ ਦੇ ਘਰ ਤੋਂ ਬਾਹਰ ਹੁਣ ਕਹਿ ਸਕਦੇ ਕਿ ਜਿਹੜੀ ਉਹਨਾਂ ਦੀ ਅੰਤਿਮ ਯਾਤਰਾ, ਅੰਤਿਮ ਵਿਦਾਈ ਦੀ ਯਾਤਰਾ ਉਹ ਕਿਤੇ ਨਾ ਕਿਤੇ ਸ਼ੁਰੂ ਹੋ ਚੁੱਕੀ ਹੈ। ਸਾਡੇ ਸਹਿਯੋਗੀ ਵੀ ਮਨੋਜ ਰਾਠੀ ਉੱਥੇ ਬਣੇ ਹੋਏ ਨੇ। ਮਨੋਜ, ਤਾਂ ਭਾਵੇਂ ਗਮਗੀਨ ਮਾਹੌਲ ਹੈ ਸਾਰੇ ਪਾਸੇ, ਹਰ ਇੱਕ ਦੀ ਅੱਖ ਨਾਮ ਹੈ, ਪਰ ਸਾਰਿਆਂ ਨੂੰ ਫਖਰ ਹੈ, ਮਾਣ ਹੈ ਇਹਨਾਂ ਸ਼ਹੀਦਾਂ ਦੇ ਉੱਪਰ ਜਿਨ੍ਹਾਂ ਨੇ ਦੇਸ਼ ਦੇ ਲੇਖੇ ਆਪਣੀ ਜਿੰਦ ਕੁਰਬਾਨ ਕਰ ਦਿੱਤੀ। ਔਰ ਜਿਵੇਂ ਕਿਸੇ ਤਸਵੀਰਾਂ ਦੇ ਵਿੱਚ ਦੇਖ ਰਿਹਾ ਮਨੋਜ ਕਿ ਹੁਣ ਅੰਤਿਮ ਯਾਤਰਾ ਜਿਹੜੀ ਹੈ ਉਹ ਸ਼ਹੀਦ ਗੱਜਣ ਸਿੰਘ ਦੀ ਸ਼ੁਰੂ ਹੋ ਚੁੱਕੀ ਹੈ। ਔਰ ਕਿੰਨੀ ਕੁ ਦੇਰ ਤੱਕ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ? ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦੋ ਸ਼ਹੀਦਾਂ ਦੇ ਘਰ ਤੋਂ। ਪਹਿਲੀ ਤਸਵੀਰ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਚੱਠਾ ਦੀ ਹੈ, ਜਿੱਥੇ ਸ਼ਹੀਦ ਮਨਦੀਪ ਸਿੰਘ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਸੈਲਾਬ ਉਮੜਿਆ ਹੋਇਆ। ਹਰ ਇੱਕ ਹੀ ਭਾਰਤ ਮਾਤਾ ਦੀ ਜੈ ਨਾਅਰੇ ਲਗਾ ਰਿਹਾ। ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਨੂੰ ਆਪਣੇ ਪੁੱਤ ਦੇ ਉੱਪਰ ਮਾਣ ਹੈ, ਜਿਸ ਨੇ ਆਪਣੀ ਜਿੰਦ ਨੂੰ ਦੇਸ਼ ਦੇ ਲੇਖੇ ਲਾਇਆ। ਔਰ ਸੱਜੇ ਪਾਸੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਸ਼ਹੀਦ ਗੱਜਣ ਸਿੰਘ ਦੇ ਪਿੰਡ ਦੀ ਹੈ, ਜਿਸ ਨੂੰ ਕਿ ਅੰਤਿਮ ਵਿਦਾਈ ਦੇਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਦੋਨੇ ਪਾਸੇ ਹੀ ਲੰਬੀਆਂ ਲੰਬੀਆਂ ਕਤਾਰਾਂ ਲਗਾ ਕੇ ਲੋਕ ਇਸ ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕਰ ਰਹੇ ਨੇ। ਹਰ ਇੱਕ ਦੀ ਅੱਖ ਨਮ ਹੈ ਔਰ ਕਿਤੇ ਨਾ ਕਿਤੇ ਆਪਣੇ ਪਿੰਡ ਦੇ ਉੱਪਰ, ਆਪਣੇ ਨਗਰ ਦੇ ਉੱਪਰ ਔਰ ਇਸ ਪਰਿਵਾਰ ਦੇ ਉੱਪਰ, ਜਿਸ ਪਰਿਵਾਰ ਦੇ ਇਸ ਪੁੱਤਰ ਨੇ ਦੇਸ਼ ਦੇ ਲੇਖੇ ਆਪਣੀ ਜ਼ਿੰਦਗੀ ਲੜਾਈ ਹੈ, ਉਸ ਦੇ ਉੱਪਰ ਫਖਰ ਵੀ ਮਹਿਸੂਸ ਹੋ ਰਿਹਾ। ਔਰ ਹੁਣ ਤੋਂ ਥੋੜੀ ਦੇਰ ਬਾਅਦ ਹੀ ਜਿਹੜਾ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਨਾ ਸ਼ਹੀਦਾਂ ਨੂੰ, ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਇਹ ਵਿਦਾਈ ਦਿੱਤੀ ਜਾਣੀ ਹੈ। ਤਾਂ ਨੂਰਪੁਰ ਬੇਦੀ ਦੇ ਪਚਰੰਡ ਪਿੰਡ ਤੋਂ ਸ਼ਹੀਦ ਗੱਜਣ ਸਿੰਘ ਦੀ ਕਿਤੇ ਨਾ ਕਿਤੇ ਕਹਿ ਲਈਏ ਆਪਾਂ ਅੰਤਿਮ ਜਿਹੜੀ ਯਾਤਰਾ ਉਹ ਸ਼ੁਰੂ ਹੋ ਚੁੱਕੀ ਹੈ। ਔਰ ਥੋੜੀ ਦੇਰ ਬਾਅਦ ਹੀ ਉਸ ਨੂੰ ਜਿਹੜਾ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਪੂਰੀ ਸਰਕਾਰੀ ਸਨਮਾਨਾਂ ਦੇ ਨਾਲ। ਔਰ ਤੁਸੀਂ ਦੇਖ ਸਕਦੇ ਹੋ ਕੀ ਬੱਚੇ, ਕੀ ਬਜ਼ੁਰਗ ਤੇ ਕੀ ਨੌਜਵਾਨ, ਹਰ ਇੱਕ ਇਸ ਸ਼ਹੀਦ ਦੀ ਸ਼ਹਾਦਤ ਨੂੰ ਸਲਾਮੀ ਦੇਣ ਦੇ ਲਈ, ਉਸ ਦੀ ਅੰਤਿਮ ਵਿਦਾਈ ਦੇ ਵਿੱਚ ਗਵਾਹ ਬਣਨ ਦੇ ਲਈ ਔਰ ਲਾਈਨਾਂ ਬਣਾ ਕੇ ਸੜਕ ਦੇ ਦੋਨੇ ਪਾਸੇ ਖੜਿਆ ਹੋਇਆ। ਔਰ ਕਈ ਤਮਾਮ ਰਾਜਨੀਤਿਕ ਗਲਿਆਰੇ 'ਚੋਂ ਵੀ ਕਹਿ ਲਈਏ ਆਪਾਂ ਕਿ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਨੇ ਇਸ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਦੇ ਲਈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਲਗਾਤਾਰ ਪਿੰਡ ਚੱਠਾ ਬਟਾਲਾ ਦੀਆਂ ਔਰ ਪਿੰਡ ਪਚਰੰਡ ਜਿਹੜਾ ਨੂਰਪੁਰ ਬੇਦੀ ਦਾ। ਤਾਂ ਦੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਔਰ ਹੁਣ ਤੋਂ ਥੋੜੀ ਦੇਰ ਬਾਅਦ ਦੋਵੇਂ ਹੀ ਸ਼ਹੀਦਾਂ ਨੂੰ ਜਿਹੜਾ ਹੈ ਉਹ ਅੰਤਿਮ ਵਿਦਾਈ ਦਿੱਤੀ ਜਾਣੀ ਔਰ ਪੂਰੇ ਰਾਜਕੀ ਸਨਮਾਨਾਂ ਦੇ ਨਾਲ ਇਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ। ਔਰ 2 ਦਿਨ ਪਹਿਲਾਂ ਹੀ ਪੁੰਛ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਇੱਕ ਅੱਤਵਾਦੀਆਂ ਦੇ ਨਾਲ, ਦਹਿਸ਼ਤਗਰਦਾਂ ਦੇ ਨਾਲ ਮੁੱਠਭੇੜ ਦੇ ਵਿੱਚ 5 ਜਵਾਨ ਸ਼ਹੀਦ ਹੋਏ ਸਨ, ਜਿਸ ਦੇ ਵਿੱਚੋਂ 3 ਜਵਾਨ ਜਿਹੜੇ ਨੇ ਉਹ ਪੰਜਾਬ ਦੇ ਸੀ, ਜਿਨ੍ਹਾਂ ਦੀ ਮ੍ਰਿਤਕ ਦੇਹਾਂ ਅੱਜ ਕਰੀਬ 12 ਵਜੇ ਉਹਨਾਂ ਦੇ ਪਰਿਵਾਰ ਪਹੁੰਚੀਆਂ ਨੇ। ਔਰ ਅੱਜ ਹੀ ਉਹਨਾਂ ਦਾ ਅੰਤਿਮ ਸੰਸਕਾਰ, ਭਾਵ ਉਹਨਾਂ ਨੂੰ ਅੰਤਿਮ ਵਿਦਾਈ ਅੱਜ ਹੀ ਦਿੱਤੀ ਜਾਵੇਗੀ। ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਜ਼ੁਰਗ ਔਰਤਾਂ ਵੀ ਜਿਹੜੀ ਆਪਣੇ ਘਰ ਦੇ ਬਾਹਰ ਖੜੀਆਂ ਨੇ ਔਰ ਇਸ ਅੰਤਿਮ ਜਿਹੜੀ ਵਿਦਾਈ, ਅੰਤਿਮ ਯਾਤਰਾ ਜਿਹੜੀ ਚੱਲ ਰਹੀ ਹੈ ਨਾ ਸ਼ਹੀਦਾਂ ਦੀ, ਉਸ ਨੂੰ ਨਮਨ ਕਰਨ ਦੇ ਲਈ, ਉਸ ਸ਼ਹਾਦਤ ਦਾ ਕਿਤੇ ਨਾ ਕਿਤੇ ਗਵਾਹ ਬਣਨ ਦੇ ਲਈ ਘਰਾਂ ਤੋਂ ਬਾਹਰ ਨਿਕਲੇ ਲੋਕ। ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਸ-ਪਾਸ ਦੇ ਇਲਾਕੇ ਦੇ ਜਿਹੜੇ ਲੋਕ ਨੇ ਉਹ ਇਸ ਪਰਿਵਾਰ ਦੇ ਨਾਲ ਅੱਜ ਖੜੇ ਦਿਖਾਈ ਦੇ ਰਹੇ ਨੇ। ਤਾਂ ਤਿੰਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਵਿਚਕਾਰ ਤਸਵੀਰ ਮਾਨਾ ਜਿਹੜਾ ਤਲਵੰਡੀ ਦਾ ਪਿੰਡ ਹੈ, ਜਿੱਥੇ ਸ਼ਹੀਦ ਜਸਵਿੰਦਰ ਸਿੰਘ ਦਾ ਵੀ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ। ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਟਾਲਾ, ਕਪੂਰਥਲਾ ਤੇ ਨੂਰਪੁਰ ਬੇਦੀ ਦੀਆਂ। ਉਹ 3 ਸ਼ਹੀਦ ਪਰਿਵਾਰ ਨੇ, ਸ਼ਹੀਦਾਂ ਦੇ ਪਰਿਵਾਰ ਨੇ, ਜਿਨ੍ਹਾਂ ਦੇ ਪੁੱਤਰਾਂ ਨੇ ਇਸ ਦੇਸ਼ ਦੇ ਲਿਖੇ ਆਪਣੀ ਜ਼ਿੰਦਗੀ ਲਾ ਦਿੱਤੀ ਤਾਂ ਕਿ ਅਸੀਂ ਲੋਕ ਆਪਣੇ ਘਰਾਂ ਦੇ ਵਿੱਚ ਆਸਾਨੀ ਦੇ ਨਾਲ ਰਹਿ ਸਕੀਏ ਔਰ ਕਿਸੇ ਵੀ ਤਰੀਕੇ ਦੀ ਸਾਡੇ ਲੋਕਾਂ ਦੇ ਉੱਪਰ ਕੋਈ ਵੀ ਆਂਚ ਨਹੀਂ ਆਉਣ ਦਿੱਤੀ। ਤਾਂ ਇਹਨਾਂ ਸ਼ਹੀਦਾਂ ਨੂੰ ਜਿੱਥੇ ਅੱਜ ਨਿਊਜ਼ 18
ਪੰਜਾਬ ਦੀ ਪੂਰੀ ਟੀਮ ਵੀ ਨਮਨ ਕਰ ਰਹੀ ਹੈ। ਉੱਥੇ ਹੀ ਹਜ਼ਾਰਾਂ ਲੋਕ ਜਿਹੜੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਕੋਲ ਅੱਜ ਪਹੁੰਚੇ ਨੇ ਔਰ ਇਸ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਵੀ ਕਰ ਰਹੇ ਨੇ ਔਰ ਹਰ ਇੱਕ ਦੀ ਅੱਖਾਂ 'ਚ ਨਮ ਹੈ। ਔਰ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਨੇ ਜਿਵੇਂ ਕਿ ਗੱਲ ਕੀਤੀ ਆ, ਇਹਨਾਂ ਸ਼ਹੀਦਾਂ ਦੀ ਪਤਨੀਆਂ ਦੀ ਗੱਲ ਕੀਤੀ ਆ, ਬੱਚਿਆਂ ਨੇ ਗੱਲ ਕੀਤੀ ਆ, ਤਾਂ ਕਹਿ ਰਹੇ ਨੇ ਕਿ ਸਾਨੂੰ ਆਪਣੇ ਇਸ ਦੇਸ਼ ਦੇ ਸ਼ਹੀਦ ਦੇ ਉੱਪਰ, ਸਾਡੇ ਪਰਿਵਾਰਕ ਮੈਂਬਰ ਦੇ ਉੱਪਰ, ਸਾਡੇ ਪੁੱਤਰਾਂ ਦੇ ਉੱਪਰ ਔਰ ਇੱਕ ਪਤਨੀ ਨੂੰ, ਇੱਕ ਪਤੀ ਦੇ ਉੱਪਰ ਅੱਜ ਮਾਣ ਹੈ ਕਿ ਉਸਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਦੇਸ਼ ਦੇ ਲੇਖੇ ਲਗਾ ਦਿੱਤੀ। ਇੱਕ ਵਾਰ ਫਿਰ ਤੋਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਸਹਿਯੋਗੀ ਸ਼ਹੀਦ ਗੱਜਣ ਸਿੰਘ ਦੇ ਪਿੰਡ ਪਚਰੰਡ ਤੋਂ ਮਨੋਜ ਰਾਠੀ ਲਗਾਤਾਰ ਬਣੇ ਹੋਏ ਨੇ। ਮਨੋਜ, ਤਾਂ ਤਸਵੀਰਾਂ ਵਿੱਚ ਦੇਖ ਰਹੇ ਹਾਂ ਕਿ ਅੰਤਿਮ ਯਾਤਰਾ ਕਿਤੇ ਨਾ ਕਿਤੇ ਸ਼ਹੀਦ ਸਿਪਾਹੀ ਗੱਜਣ ਸਿੰਘ ਦੀ ਸ਼ੁਰੂ ਹੋ ਚੁੱਕੀ ਹੈ ਔਰ ਕਿਹਾ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਥੋੜੀ ਦੇਰ ਪਹਿਲਾਂ ਹੀ ਹਲੇ ਵਿਆਹ ਹੋਇਆ ਸੀ ਔਰ ਅੱਜ ਹੀ ਕਿਤੇ ਨਾ ਕਿਤੇ ਛੁੱਟੀ ਦੇ ਉੱਪਰ ਵੀ ਆਉਣਾ ਸੀ, ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਬਿਲਕੁਲ ਪੁੱਲਰ, ਪਰਿਵਾਰਿਕ ਮੈਂਬਰਾਂ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਸ਼ਹਾਦਤ ਨੂੰ ਸਲਾਮ ਤਾਂ ਸਾਰੇ ਪੂਰੀ ਦੁਨੀਆ ਕਰ ਰਹੀ ਹੈ, ਪੂਰਾ ਦੇਸ਼ ਕਰ ਰਿਹਾ ਹੈ, ਲੇਕਿਨ ਪਰਿਵਾਰਿਕ ਮੈਂਬਰਾਂ ਤੇ ਕੀ ਗੁਜ਼ਰ ਰਹੀ ਹੈ ਇਹ ਉਹੀ ਜਾਣਦੇ ਹੈ। ਕਿਉਂਕਿ ਫਰਵਰੀ 'ਚ ਗੱਜਣ ਸਿੰਘ ਦਾ ਵਿਆਹ ਹੋਇਆ ਸੀਗਾ। 27 ਸਾਲ ਦੇ ਗੱਜਣ ਸਿੰਘ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ, ਉਹਦੇ ਜਿਹੜੇ ਮਿੱਤਰ ਨੇ, ਉਹਨਾਂ ਦੇ ਨਾਲ ਜਿਹੜੇ ਖੇਡੇ ਹੋਏ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਬੜੇ ਉਹਨਾਂ ਨੇ ਦੱਸਿਆ ਕਿ ਗੱਜਣ ਸਿੰਘ ਜਿਹੜਾ ਬੜਾ ਹਸਮੁਖ ਕਿਸਮ ਦਾ ਨੌਜਵਾਨ ਸੀਗਾ, ਲੇਕਿਨ ਅੱਜ ਉਹਨੇ ਛੁੱਟੀ ਤੇ ਜ਼ਰੂਰ ਆਣਾ ਸੀਗਾ, ਬੜੀ ਜਲਦੀ ਉਹਨੇ ਛੁੱਟੀ ਲਿੱਤੀ ਸੀਗੀ ਜੇ ਪਰਿਵਾਰਿਕ ਮੈਂਬਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਲੇਕਿਨ ਕਿਸੇ ਨੂੰ ਸ਼ਾਇਦ ਇਹ ਨਹੀਂ ਪਤਾ ਸੀਗਾ ਕਿ ਛੁੱਟੀ ਆਪਣੇ ਘਰੋਂ ਲੌਟੇਗਾ, ਇਸ ਤਰ੍ਹਾਂ ਉਹਦੀ ਮ੍ਰਿਤਕ ਦੇ ਪਹੁੰਚੇਗੀ। ਤੇ ਹੁਣ ਪੂਰਾ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਬੜੇ ਸਨਮਾਨ ਨਾਲ ਆਰਮੀ ਦੇ ਜਿਹੜੇ ਜਵਾਨ ਨੇ, ਕਮਾਂਡੈਂਟ ਆਫੀਸਰਸ ਨੇ, ਸੀਐਮ ਖੁਦ ਇੱਥੇ ਪਹੁੰਚੇ ਨੇ ਤੇ ਇੱਥੇ ਇੱਕ ਕਮਿਊਨਿਟੀ ਹਾਲ ਰੱਖਿਆ ਗਿਆ, ਉੱਥੇ ਸੀਐਮ ਪਹੁੰਚ ਚੁੱਕੇ ਨੇ। ਜਿਹੜੀ ਜਾਣਕਾਰੀ ਮਿਲ ਰਹੀ ਹੈ ਹੁਣ ਘਰ ਤੋਂ ਨਿਕਲ ਚੁੱਕੇ, ਉਹਨਾਂ ਦਾ ਜਿਹੜਾ ਮ੍ਰਿਤਕ ਦੇ ਹੈ ਅੰਤਿਮ ਵਿਦਾਈ ਲਈ ਪੂਰਾ ਜਿਹੜੇ ਸਨਮਾਨ ਨਾਲ ਇੱਥੋਂ ਨਿਕਲੇ ਹੈ ਗੱਜਣ ਸਿੰਘ। ਪੁੱਲਰ, ਇਹ ਜਿਹੜਾ ਸਮਾਂ ਹੈ ਇਹ ਹੁੰਦਾ ਹੈ ਬੜਾ ਜਿਹੜਾ ਪਰਿਵਾਰਿਕ ਮੈਂਬਰਾਂ ਤੇ ਜਿਹੜੇ ਦੁੱਖਾਂ ਦਾ ਪਹਾੜ ਟੁੱਟਿਆ ਹੈ, ਇਹਦਾ ਜਿਹੜਾ ਦੁੱਖ ਹੈ ਉਹ ਪਰਿਵਾਰ ਹੀ ਸਮਝ ਸਕਦਾ ਹੈ ਕਿ ਹੁਣ ਜਿਹੜਾ ਹਾਲਾਤ, ਇਸ ਸਿਚੁਏਸ਼ਨ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ। ਲੇਕਿਨ ਇਹ ਜ਼ਰੂਰ ਇੱਥੇ ਵੇਖਿਆ ਗਿਆ ਹੈ ਕਿ ਪਚਰੰਡਾ ਪਿੰਡ ਹੀ ਨਹੀਂ ਬਲਕਿ ਜਿਹੜੇ ਆਸ-ਪਾਸ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਨੇ, ਨੂਰਪੁਰ, ਬੇਦੀ, ਰੋਪੜ, ਜਿਹੜੇ ਰੂਪਨਗਰ, ਜਿਹੜੇ ਆਸ-ਪਾਸ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਹੋਏ। ਸਾਰੇ ਲੋਕ ਇੱਥੇ ਅੰਤਿਮ ਵਿਦਾਈ ਜਿਹੜੀ ਗੱਜਣ ਸਿੰਘ ਦੀ ਹੋ ਰਹੀ ਹੈ ਉਹਦੇ ਵਿੱਚ ਪਹੁੰਚੇ ਨੇ, ਪਰਿਵਾਰਿਕ ਮੈਂਬਰਾਂ ਨੂੰ ਮਿਲੇ ਨੇ। ਲੇਕਿਨ ਹੁਣ ਜੇ ਆਪਾਂ ਗੱਲ ਕਰੀਏ ਜਿਹੜੀ ਗੱਜਣ ਸਿੰਘ ਦੀ ਧਰਮ ਪਤਨੀ ਹੈ, ਉਹਦੀ ਕਿਤੇ ਨਾ ਕਿਤੇ ਉਹਦੀ ਹਾਲਤ ਜਿਹੜੀ ਹੈ ਬਹੁਤ ਖਰਾਬ ਹੋ ਚੁੱਕੀ ਹੈ, ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ। ਤੇ ਕੋਸ਼ਿਸ਼ ਕਰਾਂਗੇ ਸਾਂਝਾ ਕਰਨ ਦੀ ਤਸਵੀਰਾਂ ਕਿ ਗੱਜਣ ਸਿੰਘ ਦੀ ਜਿਹੜੇ ਮ੍ਰਿਤਕ ਦਾ ਫਨਲ ਵੈਨ 'ਚ ਲੈ ਕੇ ਹੁਣ ਪੂਰਾ ਜਿਹੜਾ ਪਿੰਡ ਹੈ ਉਹ ਉਹਦੇ ਨਾਲ ਹੈ। ਹਾਲਾਂਕਿ ਥੋੜੀ ਦੂਰ ਸ਼ਮਸ਼ਾਨ ਘਾਟ ਹੈ, ਜਿਹਦੇ ਨਾਲ ਹੀ ਕਮਿਊਨਿਟੀ ਹਾਲ ਜਿਹੜਾ ਬਣਾਇਆ ਗਿਆ, ਉੱਥੇ ਸੀਐਮ ਵੀ ਪਹੁੰਚੇ ਨੇ ਤੇ ਸੀਐਮ ਖੁਦ ਇੱਥੇ ਕੰਧਾ ਦੇਣਗੇ। ਤੇ ਤਸਵੀਰਾਂ ਤੁਸੀਂ ਵੇਖੋ ਕਿ ਗੱਜਣ ਸਿੰਘ ਦਾ ਮ੍ਰਿਤਕ ਦੇ ਜਿਹੜਾ ਹੈਗਾ ਉਹ ਹੁਣ ਸ਼ਮਸ਼ਾਨ ਘਾਟ ਦੇ ਵੱਲ ਜਿਹੜਾ ਹੈ ਉਹ ਨਿਕਲ ਪੜਿਆ ਤੇ ਥੋੜੀ ਦੇਰ ਤੱਕ, ਕੁਝ ਹੀ ਦੇਰ ਤੱਕ ਜਿਹੜੀ ਅੰਤਿਮ ਵਿਦਾਈ ਹੈ ਗੱਜਣ ਸਿੰਘ ਦੀ ਕੀਤੀ ਜਾਏਗੀ। ਤੇ ਨੂਰਪੁਰ ਬੇਦੀ ਦੇ ਪਿੰਡ ਪਚਰੰਦਾ ਦੇ ਰਹਿਣ ਵਾਲੇ ਗੱਜਣ ਸਿੰਘ ਬੜੇ ਹਸਮੁਖ ਕਿਸਮ ਦੇ ਨੌਜਵਾਨ ਸੀਗੇ ਤੇ ਕਰੀਬ 8 ਸਾਲ ਹੋਏ ਇਹਨਾਂ ਦੀ ਜਿਹੜੀ ਨੌਕਰੀ ਲੱਗੀ ਸੀ। ਜਿਹੜੀ ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੱਤੀ, ਇਹਨਾਂ ਦੇ ਜਿਹੜੇ ਵੱਡੇ ਭਰਾ ਨੇ ਉਹ ਪ੍ਰਾਈਵੇਟ ਜੌਬ ਕਰਦੇ ਨੇ, ਉਹਨਾਂ ਵੱਲੋਂ ਦੱਸਿਆ ਗਿਆ ਕਿ ਗੱਜਣ ਸਿੰਘ, ਜਦ ਵੀ ਗੱਜਣ ਸਿੰਘ ਦੀ ਹੁਣ ਜਿਹੜੀ ਯਾਦਾਂ ਹੈ, ਕਦੇ ਵੀ ਕੋਈ ਘਰ 'ਚ ਫੰਕਸ਼ਨ ਹੋਵੇ, ਰਿਸ਼ਤੇਦਾਰੀ 'ਚ ਫੰਕਸ਼ਨ ਹੋਵੇ, ਕਿਸੇ ਤਰ੍ਹਾਂ ਦਾ ਕੋਈ ਮੈਰਿਜ ਹੋਵੇ, ਤਾਂ ਉਹ ਗੱਜਣ ਸਿੰਘ ਜ਼ਰੂਰ ਕਹਿੰਦਾ ਸੀਗਾ ਕਿ ਮੇਰੀ ਛੁੱਟੀ ਇਸ ਟਾਈਮ ਤੋਂ ਮੇਰੀ ਛੁੱਟੀ ਹੁੰਦੀ ਹੈ, ਇਸ ਟਾਈਮ ਮੈਨੂੰ ਛੁੱਟੀਆਂ ਮਿਲਦੀਆਂ, ਤਾਂ ਉਸੇ ਟਾਈਮ 'ਚ ਤੁਸੀਂ ਫੰਕਸ਼ਨ ਰੱਖਿਓ। ਤੇ ਹੁਣ ਯਾਦਾਂ ਹੈ ਕਿ ਕਿਸ ਤਰ੍ਹਾਂ ਦਾ ਉਸ ਸਮੇਂ ਮਾਹੌਲ ਸੀਗਾ, ਘਰ ਆਉਂਦਾ ਸੀਗਾ ਛੁੱਟੀਆਂ ਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ, ਸਾਰਿਆਂ ਨਾਲ ਉਹਦੀ ਜਿਹੜੀ ਗੱਲਬਾਤ ਹੁੰਦੀ ਸੀ, ਉਹਦੇ ਜਿਹੜੇ ਸੁਝਾਅ ਹੁੰਦੇ ਸੀ ਪਰਿਵਾਰਿਕ ਮੈਂਬਰਾਂ ਦੇ ਨਾਲ ਜਿਹੜੇ ਉਹਦੇ ਯਾਦਾਂ ਹੀ ਕਿਤੇ ਨਾ ਕਿਤੇ ਪਿੰਡ ਦੇ ਲੋਕ ਰਹਿ ਜਾਣੀਆਂ ਨੇ। ਤਾਂ ਲਗਾਤਾਰ ਤੁਸੀਂ ਤਸਵੀਰਾਂ ਵੀ ਦਿਖਾਉਂਦੇ ਰਹੋ। ਤਾਂ ਮੁੱਖ ਮੰਤਰੀ ਪੰਜਾਬ ਵੀ ਜਿਵੇਂ ਖਬਰ ਆ ਰਹੀ ਹੈ ਕਿ ਪਚਰੰਡਾ ਪਿੰਡ ਪਹੁੰਚ ਚੁੱਕੇ ਨੇ ਔਰ ਉਹ ਵੀ ਇਸ ਜਿਹੜੀ ਸ਼ਹਾਦਤ ਦੀ ਜਿਹੜੀ ਆਖਰੀ ਯਾਤਰਾ ਸ਼ਹੀਦ ਦੀ ਜਿਹੜੀ ਹੈਗੀ ਆ, ਉਸ ਦੀ ਸ਼ਹਾਦਤ ਨੂੰ ਸਲਾਮ ਕਰਨ ਦੇ ਲਈ ਉਹਨਾਂ ਦੇ ਪਿੰਡ ਪਹੁੰਚੇ ਨੇ। ਤਾਂ ਲਗਾਤਾਰ ਸਾਡੇ ਸਹਿਯੋਗੀ ਰਾਜੀਵ ਵੀ ਜੁੜੇ ਹੋਏ ਨੇ। ਮਨਦੀਪ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਪਿੰਡ ਚੱਠਾ ਦੇ ਵਿੱਚ ਔਰ ਵਿਚਕਾਰ ਤਲਵੰਡੀ ਸਾਹਿਬ ਤਸਵੀਰਾਂ ਨੇ। ਤਾਂ ਰਾਜੀਵ, ਜੇਕਰ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ ਤਾਂ
ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਧਾਈ ਦਿੱਤੀ ਜਾਣੀ ਹੈ, ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ। ਤਾਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਸਲਾਮੀ ਦਿੱਤੀ ਜਾ ਰਹੀ ਹੈ, ਜਿਵੇਂ ਕਿ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹਾਂ ਅਸੀਂ ਪਿੰਡ ਚੱਠਾ ਤੋਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਕੋਈ ਇਸ ਤਰੀਕੇ ਦੇ ਨਾਲ ਸ਼ਹਾਦਤ ਤਾਂ ਦਾ ਲਗਾਤਾਰ ਜਾਮ ਅੱਜ ਪੀਂਦਾ ਤਾਂ ਉਸਨੂੰ ਜਿੱਥੇ ਇਸ ਤਰੀਕੇ ਦੇ ਨਾਲ ਸਲਾਮੀ ਦਿੱਤੀ ਜਾਂਦੀ ਹੈ, ਅੰਤਿਮ ਵਿਦਾਈ ਜਿਹੜੀ ਹੈ। ਹਾਂਜੀ ਜੀ ਜੀ ਬੋਲੋ ਜੀ, ਸੁਣ ਰਹੇ ਹਾਂ। ਜੀ ਹਾਂ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਸ਼ਹੀਦ ਮਨਦੀਪ ਸਿੰਘ ਨੂੰ ਵੀ ਅੰਤਿਮ ਵਿਦਾਈ ਜਿਹੜੀ ਆ ਉਹ ਫੌਜ ਦਾ ਜੋ ਇੱਕ ਪਰੰਪਰਾ ਹੈ ਉਸ ਮੁਤਾਬਕ ਅੰਤਿਮ ਵਿਦਾਈ ਜਿਹੜੀ ਦੇਣ ਦੀ ਰਸਮ ਹੈ ਉਸ ਨੂੰ ਜੋ ਹੈ ਉਹ ਇੱਥੇ ਅਦਾ ਕੀਤਾ ਜਾ ਰਿਹਾ। ਉਸ ਤੋਂ ਬਾਅਦ ਜੇਕਰ ਅਸੀਂ ਕਿਉਂਕਿ ਮਨਦੀਪ ਸਿੰਘ ਸਿੱਖ ਧਰਮ ਦੇ ਨਾਲ ਸੰਬੰਧ ਰੱਖਦਾ ਤਾਂ ਜੋ ਸਿੱਖ ਧਰਮ ਦੀ ਪਰੰਪਰਾ ਹੈ ਉਸ ਮੁਤਾਬਕ ਅੰਤਿਮ ਅਰਦਾਸ ਕੀਤੀ ਜਾਏਗੀ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਸ ਨੂੰ ਅਗਨੀ ਭੇਂਟ ਕੀਤਾ ਜਾਏਗਾ। ਤਾਂ ਇਸ ਵੇਲੇ ਗਮਗੀਨ ਜਿਹੜੀਆਂ ਤਸਵੀਰਾਂ ਜਾਂ ਗਮਗੀਨ ਮਾਹੌਲ ਅਸੀਂ ਕਹਿ ਸਕਦੇ ਹਾਂ ਕਿ ਪਿੰਡ ਚੱਠਾ ਦਾ ਜੋ ਸ਼ਮਸ਼ਾਨ ਘਾਟ ਹੈ ਉਸ ਦੇ ਵਿੱਚ ਨਜ਼ਰ ਆ ਰਿਹਾ ਹੈ। ਤਾਂ ਹਰ ਕੋਈ ਮਾਣ ਜ਼ਰੂਰ ਮਹਿਸੂਸ ਕਰ ਰਿਹਾ ਕਿ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜੋ ਉਹਨਾਂ ਦੇ ਪਿੰਡ ਦਾ ਜੋ ਇੱਕ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾਉਣ ਦੇ ਲਈ ਗਿਆ ਸੀ, ਪਰ ਅੱਜ ਉਸ ਦੀ ਜਿਹੜੀ ਮ੍ਰਿਤਕ ਦੇ ਆ ਉਹ ਤਿਰੰਗੇ ਦੇ ਵਿੱਚ ਲਿਪਟੀ ਹੋਈ ਪਿੰਡ ਦੇ ਵਿੱਚ ਪਹੁੰਚੀ ਹੈ। ਆਰਮੀ ਦੇ ਜਵਾਨ ਜਿਹੜੇ ਨੇ ਉਹ ਆਪਣੇ ਮੋਢਿਆਂ ਤੇ ਰੱਖ ਕੇ ਮਨਦੀਪ ਸਿੰਘ ਦੀ ਜਿਹੜੀ ਮ੍ਰਿਤਕ ਦੇ ਆ ਉਹ ਲੈ ਕੇ ਪਹੁੰਚਦੇ ਨੇ। ਤਾਂ ਉਸ ਵੇਲੇ ਹਰ ਕੋਈ ਦੁਖੀ ਜ਼ਰੂਰ ਸੀ, ਅੱਖਾਂ ਦੇ ਵਿੱਚ ਹੰਝੂ ਸੀ, ਹਰ ਕੋਈ ਨਮ ਅੱਖਾਂ ਦੇ ਨਾਲ ਸ਼ਹੀਦ ਨੂੰ ਜੋ ਹੈ ਉਹ ਵਿਦਾਈ ਦੇ ਰਿਹਾ ਸੀ। ਇਸ ਵੇਲੇ ਤੁਸੀਂ ਦੇਖੋ ਕਿ ਜੋ ਭਾਰਤੀ ਫੌਜ ਦੀ ਪਰੰਪਰਾ ਹੈ ਤਾਂ ਫੌਜ ਦੇ ਜਿਹੜੇ ਜਵਾਨ ਨੇ, ਭਾਵੇਂ ਉਹ ਆਰਮੀ ਬੈਂਡ ਦੀ ਅਸੀਂ ਗੱਲ ਕਰੀਏ ਜਾਂ ਜਿਹੜੀ ਫੌਜ ਦੀ ਟੁਕੜੀ ਇੱਥੇ ਪਹੁੰਚੀ, ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜੋ ਸ਼ਹੀਦ ਨੂੰ ਜੋ ਹੈ ਉਹ ਸਲਾਮੀ ਦਿੱਤੀ ਜਾ ਰਹੀ ਹੈ। ਤਾਂ ਅੱਜ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਜਿੱਥੇ ਪੂਰਾ ਦੇਸ਼ ਯਾਦ ਕਰ ਰਿਹਾ, ਤਾਂ ਉੱਥੇ ਹੀ ਜਿਸ ਪਿੰਡ ਨਾਲ ਇਹ ਸੰਬੰਧ ਰੱਖਦੇ, ਜਿਹੜਾ ਪਿੰਡ ਸੀ ਇਹਨਾਂ ਦੇ, ਪਿੰਡ ਚੱਠਾ ਦੀ ਗੱਲ ਕਰੀਏ, ਮਾਨਾ ਤਲਵੰਡੀ ਦੀ ਗੱਲ ਕਰੀਏ ਜਾਂ ਫਿਰ ਪਿੰਡ ਪਚਰੰਡਾ ਦੀ ਗੱਲ ਕਰੀਏ, ਤਾਂ ਉੱਥੇ ਵੀ ਆਸ-ਪਾਸ ਦੇ ਇਲਾਕੇ ਦੇ ਲੋਕ, ਪਿੰਡ ਵਾਸੀ ਕੀ ਨੌਜਵਾਨ ਕੀ ਬੱਚੇ ਕੀ ਬਜ਼ੁਰਗ, ਹਰ ਕਿਸੇ ਦੀ ਅੱਜ ਅੱਖ ਨਮ, ਔਰ ਕਿਤੇ ਨਾ ਕਿਤੇ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ, ਉਹਨਾਂ ਦੇ ਪਿੰਡ ਦਾ ਇੱਕ ਮੈਂਬਰ ਕਿਤੇ ਨਾ ਕਿਤੇ ਅੱਜ ਸ਼ਹਾਦਤ ਦਾ ਜਾਮ ਪੀਤਾ। ਔਰ ਪੁੰਛ ਦੇ ਵਿੱਚ ਜਿਹੜਾ ਮੁੱਠਭੇੜ ਹੋਈ ਸੀ ਦਹਿਸ਼ਤਗਰਦਾਂ ਦੇ ਨਾਲ, ਉਸ ਦੇ ਵਿੱਚ 5 ਜਵਾਨ ਸ਼ਹੀਦ ਹੋਏ ਸੀ, ਔਰ ਜਿਸ ਦੇ ਵਿੱਚ 3 ਜਿਹੜੇ ਜਵਾਨ ਸੀ ਉਹ ਪੰਜਾਬ ਦੇ ਸਨ। ਤਾਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਅੱਜ ਇਹਨਾਂ ਦੀ ਕੁਰਬਾਨੀ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਪਰ ਇੱਥੇ ਵੇਲਾ ਹੋ ਚੱਲਿਆ ਕਿ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਇਸੇ ਖਬਰ ਤੇ।